ਤੂੰ ਅਥਾ ਉਸ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਗੁਰੂ ਸਾਹਿਬ ਸਾਨੂੰ ਅੱਜ 211 ਅੰਗ ਦੇ ਉੱਪਰ ਗੌੜੀ ਰਾਗ ਦੇ ਰਾਹੀਂ ਪੰਜਵੇਂ ਪਾਤਸ਼ਾਹ ਜੀ ਸਾਨੂੰ ਸੋਝੀ ਬਖਸ਼ਣਗੇ, ਬੁੱਧੀ ਬਖਸ਼ਣਗੇ। ਆਓ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹੈ, ਅਸੀਂ ਕੀ ਕਰਨਾ ਹੈ। ਗੁਰੂ ਸਾਹਿਬ ਸਾਨੂੰ ਬੜੀ ਡਿਟੇਲ ਦੇ ਵਿੱਚ ਸਮਝਾ ਰਹੇ ਹੈ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ, ਗੁਰੂ ਸਾਹਿਬ ਨਾਲ ਸਵਾਲ ਜਵਾਬ ਹੁੰਦੇ ਹੈ। ਗੁਰੂ ਸਾਹਿਬ ਸਾਡੇ ਮਨ ਦੇ ਜਿਹੜੇ ਭਰਮ ਹੁੰਦੇ ਆ ਉਹ ਕੱਢਦੇ ਆ। ਮਨ 'ਚ ਬੜੇ ਭਰਮ ਹੈ ਸਾਡੇ, ਉਹ ਬਾਣੀ ਨੇ ਸਾਰੇ ਕੱਢ ਦੇਣੇ। ਪਰ ਜੇ ਅਸੀਂ ਬਾਣੀ ਨੂੰ ਸਮਝੀਏ ਅਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਸੋ ਸਾਧ ਸੰਗਤ ਜੀ, ਆਓ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਅਰਦਾਸ ਕਰੀਏ, ਬੇਨਤੀ ਕਰੀਏ, ਹੇ ਅਕਾਲ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਗੰਮ ਅਗੋਚਰ ਪਤੀ ਪਰਮਾਤਮਾ, ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ। ਇਹੋ ਜੀ ਸਪੈਸ਼ਲ ਕਿਰਪਾ ਕਰੋ ਸਾਡੇ ਤੇ ਕਿ ਸਾਨੂੰ ਬਾਣੀ ਦੀ ਪੂਰੀ ਸਮਝ ਆ ਜਾਵੇ ਅਤੇ ਬਾਣੀ ਅਨੁਸਾਰ ਸਾਨੂੰ ਚੱਲਣਾ ਆ ਜਾਵੇ। ਇਹ ਕਿਰਪਾ ਕਰ ਦਿਓ। ਇਸ ਤੋਂ ਬਿਨਾਂ ਹੋਰ ਨਹੀਂ ਮੰਗਦੇ ਸੀ। ਗੁਰੂ ਦਾ ਅੰਚਲ ਪਕੜਾ ਦਿਓ, ਗੁਰੂ ਮੁਤਾਬਕ ਚੱਲਣਾ ਸਿਖਾ ਦਿਓ। ਗੌੜੀ ਮਹਿਲਾ ਪੰਜਵਾਂ। ਹਰ 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 ਅਰਾਧੀਐ, ਸਤ ਸੰਗ ਹਰ ਮਨ ਵਸੈ, ਪਰਮ ਮੋਹ ਭਉ ਸਾਧੀਏ ਰਹਾਉ। ਰਹਾਉ ਸ਼ਬਦ ਦਾ ਭਾਵ ਅਰਥ ਹੁੰਦਾ ਹੈ। ਸਾਰੇ ਸ਼ਬਦ ਦਾ ਭਾਵ ਅਰਥ ਰਹਾਉ ਦੇ ਵਿੱਚ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਰਹਾਉ ਨੂੰ ਚੰਗੀ ਤਰ੍ਹਾਂ ਸਮਝੋ। 2 ਵਾਰੀ ਪੜ੍ਹੋ ਭਾਵੇਂ 5 ਵਾਰੀ ਪੜ੍ਹੋ, ਪਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਕਹਿੰਦੇ ਵੀ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਏਕ ਓੰਕਾਰ ਹੈ, ਜਿਹਨੂੰ ਹਰ ਕਿਹਾ। 3 ਵਾਰੀ ਹਰ 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 ਕਿਹਾ ਗੁਰੂ ਸਾਹਿਬ ਨੇ, ਇੰਨਾ ਜ਼ੋਰ ਦੇ ਕੇ ਕਿਹਾ। ਇੱਕੋ ਪਰਮਾਤਮਾ ਜਿਹੜਾ ਆਦ ਸੱਚ ਗਾਦ ਸੱਚ ਹੈ, ਉਸ ਨੂੰ ਹੀ ਆਰਾਧਨਾ ਸੀ। ਸਾਡੇ ਮਨ ਨੇ ਆਰਾਧਨਾ, ਉਹਨੂੰ ਜਪਣਾ, ਉਹਨੂੰ ਯਾਦ ਕਰਨਾ, ਉਹਦੀਆਂ ਸਿਫਤਾਂ ਕਰਨੀਆਂ। ਪਰ ਗੁਰੂ ਸਾਹਿਬ ਕਹਿੰਦੇ ਸਿੱਧਾ ਤੁਹਾਨੂੰ ਆਰਾਧਨਾ ਨਹੀਂ ਆਊਗਾ, ਤੁਹਾਨੂੰ ਅਕਲ ਨਹੀਂ ਹੈ, ਤੁਹਾਨੂੰ ਪਛਾਣ ਹੀ ਨਹੀਂ ਹਰ ਕੌਣ ਹੈ। ਜਿਹਨੂੰ ਅਸੀਂ ਜਾਣਦੇ ਨੇ ਉਹਨੂੰ ਆਰਾਧਾਂਗੇ ਕਿਵੇਂ, ਉਹਨੂੰ ਯਾਦ ਕਿਵੇਂ ਕਰਾਂਗੇ। ਪਰ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਇਹ ਪਤਾ ਹੋਵੇ ਕਿ ਅਸੀਂ ਹਰੀ ਪਰਮਾਤਮਾ ਨੂੰ ਆਰਾਧਨਾ ਸਿੱਖਣਾ, ਅਤੇ ਉਹ ਗੁਰਬਾਣੀ ਦੇ ਰਾਹੀਂ ਸਾਨੂੰ ਉਹਦਾ ਗਿਆਨ ਆਉਣਾ ਹੈ, ਕਿਵੇਂ ਅਸੀਂ ਉਸ ਨੂੰ ਆਰਾਧਨਾ, ਉਹ ਕਿਹੋ ਜਿਹਾ, ਕਿੱਥੇ ਰਹਿੰਦਾ, ਉਹਦੇ ਬਾਰੇ ਗਿਆਨ ਗੁਰੂ ਦੀ ਸੰਗਤ ਕਰਕੇ ਆਉਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸਤ ਸੰਗ ਹਰ ਮਨ ਵਸੇ, ਪਰਮ ਮੋਹ ਭਉ ਸਾਧੀਏ ਰਹਾਉ। ਗੁਰੂ ਸਾਹਿਬ ਕੀ ਕਹਿੰਦੇ ਰਹਾਉ ਦੇ ਵਿੱਚ? ਕਹਿੰਦੇ ਸਤਸੰਗ ਕਰਿਆ ਕਰੋ, ਬਾਣੀ ਨੂੰ ਵੱਧ ਤੋਂ ਵੱਧ ਵਿਚਾਰੋ, ਗੁਰੂ ਦੀ ਸੰਗਤ ਕਰਿਆ ਕਰੋ। ਗੁਰੂ ਦੀ ਸੰਗਤ ਕਰਕੇ ਤੁਹਾਡੇ
ਭਰਮ ਮੋਹ ਤੇ ਡਰ ਸਾਰੇ ਖਤਮ ਹੋ ਜਾਂਦੇ ਆ ਤੇ ਪਰਮਾਤਮਾ ਮਨ 'ਚ ਵਸ ਜਾਂਦਾ ਹੈ। ਗੁਰਬਾਣੀ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਸਿਮਰਨਾ ਆ ਜਾਂਦਾ ਹੈ। ਸਾਰੇ ਡਰ ਖਤਮ ਹੋ ਜਾਂਦੇ ਆ, ਭਰਮ ਖਤਮ ਹੋ ਜਾਂਦੇ ਆ, ਮੋਹ ਖਤਮ ਹੋ ਜਾਂਦਾ ਹੈ। ਪਰ ਅਸੀਂ ਬਾਣੀ ਪੜ੍ਹ ਰਹੇ ਹਾਂ, ਸਾਡਾ ਮੋਹ ਖਤਮ ਨਹੀਂ ਹੋਇਆ, ਡਰ ਖਤਮ ਨਹੀਂ ਹੋਏ, ਭਰਮ ਨਹੀਂ ਨਿਕਲੇ ਸਾਡੇ। ਕਿਉਂ ਨਹੀਂ ਨਿਕਲੇ? ਸਤਸੰਗ ਨਹੀਂ ਕੀਤੀ, ਅਸੀਂ ਪਰਮਾਤਮਾ ਨੂੰ ਆਰਾਧਨਾ ਨਹੀਂ ਸਿੱਖਿਆ, ਉਹ ਸਾਡੇ ਮਨ 'ਚ ਨਹੀਂ ਵਸਿਆ। ਗੁਰੂ ਸਾਹਿਬ ਕਹਿੰਦੇ ਸਤਸੰਗ ਦੇ ਵਿੱਚ ਜਾ ਕੇ ਤੁਹਾਨੂੰ ਸਾਰੀ ਸਮਝ ਆਊ, ਪਰਮਾਤਮਾ ਨੂੰ ਆਰਾਧਨਾ ਆਊਗਾ, ਉਹਦੀਆਂ ਸਿਫਤਾਂ ਕਰਨੀਆਂ ਆਉਣਗੀਆਂ, ਉਹਨੂੰ ਸਭ ਥਾਂ ਵਸਦਾ ਮਹਿਸੂਸ ਕਰੋਗੇ, ਦੇਖੋਗੇ। ਜਿਵੇਂ ਜਿਵੇਂ ਉਹਦੀਆਂ ਸਿਫਤਾਂ ਕਰੋਗੇ ਮਨ 'ਚ ਵਸਦਾ ਜਾਊਗਾ। ਜਿਵੇਂ ਮਨ 'ਚ ਵਸਦਾ ਜਾਂਦਾ ਸਾਰੇ ਡਰ ਖਤਮ ਹੋ ਜਾਂਦੇ ਆ, ਮੋਹ ਖਤਮ ਹੋ ਜਾਂਦਾ ਤੇ ਭਰਮ ਖਤਮ ਹੋ ਜਾਂਦੇ ਆ। ਜਿਸ ਆਦਮੀ ਦੇ ਬਾਣੀ ਪੜ੍ਹ ਕੇ ਨਾਮ ਜਪ ਕੇ ਮੋਹ ਖਤਮ ਹੋ ਗਿਆ, ਡਰ ਖਤਮ ਹੋ ਗਿਆ, ਉਹਦੀ ਭਟਕਣਾ ਵੀ ਖਤਮ ਹੋ ਜਾਂਦੀ ਹੈ, ਮਨ ਐ ਸ਼ਾਂਤ ਹੋ ਜਾਂਦਾ ਹੈ, ਉਹ ਸਮਝ ਲਓ ਬੜਾ ਵੱਡੀ ਉੱਚੀ ਅਵਸਥਾ 'ਚ ਚਲਾ ਜਾਂਦਾ ਹੈ। ਇਸ ਅਵਸਥਾ 'ਚ ਅਸੀਂ ਸਭ ਨੇ ਹੀ ਜਾਣਾ ਹੈ। ਰਾਹ 'ਚ ਗੁਰੂ ਸਾਹਿਬ ਕੀ ਕਹਿੰਦੇ ਆ, ਦੁਬਾਰਾ ਪੜ੍ਹ ਰਹੇ ਹਾਂ। ਹਰ 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 ਆਰਾਧੀਐ, ਸਤ ਸੰਗ ਹਰ ਮਨ ਵਸੇ, ਭਰਮ ਮੋਹ ਭਉ ਸਾਧੀਏ ਰਹਾਓ। ਹੁਣ ਗੁਰੂ ਸਾਹਿਬ ਕਹਿੰਦੇ ਸਤਸੰਗ ਉਹ ਹੁੰਦੀ ਹੈ ਜਿੱਥੇ ਤੁਹਾਨੂੰ ਹਰੀ ਪਰਮਾਤਮਾ ਦੀ ਸਮਝ ਆ ਜਾਵੇ ਤੇ ਉਹ ਮਨ 'ਚ ਵਸ ਜਾਵੇ। ਸਤਸੰਗ ਦੇ ਵਿੱਚ ਜਾ ਕੇ ਤਰੀਕੇ ਪਤਾ ਲੱਗਦਾ ਹੈ, ਕਿਵੇਂ ਜਪਣਾ ਹੈ, ਪਰਮਾਤਮਾ ਕਿਹੋ ਜਿਹਾ। ਸਤਸੰਗ ਕੀ ਹੈ? ਗੁਰੂ ਦਾ ਸੰਗ, ਗੁਰਬਾਣੀ ਨੂੰ ਵੱਧ ਤੋਂ ਵੱਧ ਵਿਚਾਰਨਾ ਤੇ ਅਮਲ ਕਰਨਾ। ਵੇਦ ਪੁਰਾਨ ਸਿਮਰਤ ਭਣੇ, ਸਭ ਊਚ ਬਿਰਾਜਤ ਜਨ ਸੁਣੇ। ਗੁਰੂ ਸਾਹਿਬ ਕਹਿੰਦੇ ਪਿਛਲੇ ਵੇਦ ਸ਼ਾਸਤਰ ਸਾਰੇ ਹੀ ਇਹੀ ਕਹਿੰਦੇ ਐ, ਸਾਰੇ ਹੀ ਇਹੀ ਰਿਕਮੈਂਡ ਕਰਦੇ ਵੀ ਪਰਮਾਤਮਾ ਦਾ ਨਾਮ ਹੀ ਸਭ ਤੋਂ ਵਧੀਆ। ਪੂਰੇ ਗੁਰੂ ਦੀ ਸੰਗਤ ਕਰਕੇ ਨਾਮ ਜਪ ਕੇ ਮਨ ਕਾਬੂ ਹੋ ਜਾਂਦਾ, ਬੜਾ ਉੱਚੇ ਅਵਸਥਾ 'ਚ ਚਲਿਆ ਜਾਂਦਾ ਹੈ, ਖਾਲਸ ਹੋ ਜਾਂਦਾ ਹੈ। ਸਭ ਉੱਚ ਬਿਰਾਜਤ, ਬਿਰਾਜਤ ਮਤਲਬ ਬਿਰਾਜਮਾਨ ਹੋ ਜਾਣਾ, ਟਿਕ ਜਾਣਾ। ਜਨ ਸੁਣੇ, ਜਦੋਂ ਅਸੀਂ ਜਨ ਬਣ ਗਏ, ਕੋਈ ਵੀ ਗੁਰੂ ਸਾਹਿਬ ਕਹਿੰਦੇ ਸਾਰੇ ਵੇਦ ਪੁਰਾਣ ਸ਼ਾਸਤਰ ਵੀ ਇਹ ਕਹਿੰਦੇ ਵੀ ਨਾਮ ਜਪੋ, ਨਾਮ ਹੀ ਸਭ ਕੁਝ ਹੈ। ਜਿਵੇਂ ਜਿਵੇਂ ਤੁਸੀਂ ਨਾਮ ਸੁਣੋਗੇ, ਜਪੋਗੇ ਤੇ ਬੜੀ ਉੱਚੀ ਅਵਸਥਾ ਹੁੰਦੀ ਜਾਂਦੀ ਹੈ, ਮਨ ਸ਼ਾਂਤ ਹੁੰਦਾ ਜਾਂਦਾ। ਜਿਵੇਂ ਜਿਵੇਂ ਪਰਮਾਤਮਾ ਮਨ 'ਚ ਵਸਦਾ ਜਾਂਦਾ ਹੈ, ਮਨ ਦੀ ਬੜੀ ਉੱਚੀ ਅਵਸਥਾ ਹੁੰਦੀ ਜਾਂਦੀ ਹੈ, ਇਹਦੇ ਪੰਜੇ ਕਾਬੂ ਹੋਣੇ ਸ਼ੁਰੂ ਹੋ ਜਾਂਦੇ ਆ, ਡਰ ਖਤਮ ਹੋ ਜਾਂਦੇ, ਇਹਦੇ ਭਰਮ ਖਤਮ ਹੋ ਜਾਂਦੇ ਆ ਤੇ ਮੋਹ ਵੀ ਖਤਮ ਹੋ ਜਾਂਦਾ। ਮੋਹ ਜਿਹੜਾ ਸਾਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ। ਸਗਲ ਅਸਥਾਨ ਭੈ ਭੀਤ ਚੀਨ, ਰਾਮ ਸੇਵਕ ਭੈ ਰਹਿਤ ਕੀਨ। ਪਰ ਗੁਰੂ ਸਾਹਿਬ ਕਹਿੰਦੇ ਹਰੇਕ ਆਦਮੀ ਇਸ ਦੁਨੀਆ 'ਚ ਆ ਕੇ ਲੋਭ ਮੋਹ ਹੰਕਾਰ ਦੇ ਵਿੱਚ ਫਸ ਜਾਂਦਾ ਤੇ 24 ਘੰਟੇ ਦੁਖੀ ਰਹਿੰਦਾ, ਸਹਿਮ ਦੇ ਵਿੱਚ ਰਹਿੰਦਾ, ਚਿੰਤਾਵਾਂ ਦੇ ਵਿੱਚ ਰਹਿੰਦਾ, ਇੱਛਾਵਾਂ ਬਣਦੀਆਂ ਰਹਿੰਦੀਆਂ, ਪੂਰੀਆਂ ਨਹੀਂ ਹੁੰਦੀਆਂ, ਡਰੀ ਜਾਂਦਾ। ਗੁਰੂ ਸਾਹਿਬ ਨੇ ਸਾਰੀ ਦੁਨੀਆ ਇੱਥੇ ਦੁਖੀ ਹੈ, ਡਰੀ ਹੈ, ਵਹਿਮਾਂ ਭਰਮਾਂ 'ਚ ਹੈ, ਸਾਰੇ ਦੁਖੀ ਹੁੰਦੇ ਆ। ਪਰ ਜੇ ਰਾਮ ਦਾ ਸੇਵਕ ਕੋਈ ਬਣ ਜਾਵੇ ਉਹਨਾਂ 'ਚੋਂ, ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ, ਸਾਰੇ ਡਰ ਖਤਮ ਹੋ ਜਾਂਦੇ ਉਹਦੇ। ਰਾਮ ਦਾ ਸੇਵਕ ਕੌਣ ਹੈ? ਜਿਹੜਾ ਇੱਕ ਓਂਕਾਰ ਪਰਮਾਤਮਾ ਨੂੰ ਸਿਮਰਨਾ ਸਿੱਖ ਲੈਂਦਾ, ਉਹਦੇ ਨਾਲ ਪਿਆਰ ਪਾ ਲੈਂਦਾ, ਉਹ ਡਰਾਂ ਤੋਂ ਰਹਿਤ ਹੋ ਜਾਂਦਾ।
ਤੇ ਗੁਰੂ ਸਾਨੂੰ ਸਭ ਨੂੰ ਡਰ ਤੋਂ ਰਹਿਤ ਕਰ ਰਿਹਾ ਹੈ। ਪਰ ਡਰ ਤੋਂ ਰਹਿਤ ਹੋਣਾ ਹੈ, ਦੁੱਖਾਂ ਤੋਂ ਰਹਿਤ ਹੋਣਾ ਤਾਂ ਇੱਕ ਓਂਕਾਰ ਪਰਮਾਤਮਾ ਦਾ ਸਿਮਰਨ ਕਰਨਾ ਸਾਨੂੰ ਸਭ ਨੂੰ ਸਿੱਖਣਾ ਪਊ, ਉਹਨੂੰ ਯਾਦ ਕਰਨਾ ਸਿੱਖਣਾ ਪਊ, ਉਸ ਨੂੰ ਮਨ 'ਚ ਵਸਾਉਣਾ ਸਿੱਖਣਾ ਪਊਗਾ। ਉਸ ਦੀ ਸਿੱਖਿਆ ਸਾਨੂੰ ਬਾਣੀ ਨੂੰ ਵੱਧ ਤੋਂ ਵੱਧ ਵਿਚਾਰ ਕੇ ਫਿਰ ਪਤਾ ਲੱਗਦਾ ਪਰਮਾਤਮਾ ਕਿਹੋ ਜਿਹਾ, ਕਿਵੇਂ ਉਹਨੂੰ ਜਪਣਾ ਹੈ ਤੇ ਕਿਵੇਂ ਮਨ 'ਚ ਵਸਾਉਣਾ ਹੈ। ਸਾਰੇ ਤਰੀਕੇ ਸਮਝ ਆ ਜਾਂਦੇ ਆ, ਪਰ ਬਾਣੀ ਨੂੰ ਵੱਧ ਤੋਂ ਵੱਧ ਵਿਚਾਰਨਾ ਪੈਂਦਾ, ਗਿਆਨ ਲੈਣਾ ਪੈਂਦਾ। 184 ਜੋਨ ਫਿਰਹਿ, ਗੋਬਿੰਦ ਲੋਕ ਨਹੀਂ ਜਨਮ ਮਰੇ। ਗੁਰੂ ਸਾਹਿਬ ਕਹਿੰਦੇ ਇੱਥੇ ਜਨਮ ਮਰਨ ਦਾ ਖੇਲ ਚੱਲ ਰਿਹਾ। ਇੱਕ ਸਕਿੰਟ ਦੇ ਵਿੱਚ ਪਤਾ ਨਹੀਂ ਕਿੰਨੇ ਜੀਅ ਪੈਦਾ ਹੋ ਜਾਂਦੇ ਆ ਤੇ ਕਿੰਨੇ ਖਤਮ ਹੋ ਜਾਂਦੇ। ਫਿਰ ਅਲੱਗ-ਅਲੱਗ ਤਰ੍ਹਾਂ ਦੇ ਜੀਅ ਹੈ, ਇਨਸਾਨ ਹੈ, ਕੀੜੇ ਮਕੌੜੇ, ਪਤਾ ਹੀ ਨਹੀਂ ਕਿੰਨੇ ਕੁ ਹੈ। ਹਰੇਕ ਦੇ ਵਿੱਚ ਉਹੀ ਜਾਨ ਹੈ, ਉਹੀ ਜਿੰਦ ਹੈ। ਸਰੀਰ ਅਲੱਗ-ਅਲੱਗ ਹੈ, ਇਹਨੂੰ 84 ਲੱਖ ਜੂਨਾ ਕਿਹਾ। ਇਸ ਧਰਤੀ 'ਤੇ ਪਤਾ ਹੀ ਨਹੀਂ 84 ਲੱਖ ਹੀ, ਉਦੋਂ ਵੀ ਪਤਾ ਨਹੀਂ ਕਿੰਨੇ ਕੁ ਵੱਧ ਜੀਅ ਹੋਣਗੇ। ਪਰ ਸਾਰਿਆਂ ਦੇ ਵਿੱਚ ਸਵਾਸ ਚੱਲ ਰਹੇ, ਕੀੜੇ ਮਕੌੜੇ ਪਸ਼ੂ ਪੰਛੀਆਂ 'ਚ ਸਵਾਸ ਚੱਲ ਰਹੇ। ਇਹ ਦਰਖਤ ਵੀ ਸਵਾਸ ਲੈ ਰਿਹਾ, ਇਹ ਵੀ ਜੂਨੀ ਹੈ, ਇਹ ਵੀ ਪੈਦਾ ਹੋਏ ਆ। ਪਰ ਗੁਰੂ ਸਾਹਿਬ ਕਹਿੰਦੇ ਵਾਰ-ਵਾਰ ਤੁਹਾਡਾ ਮਨ ਹੈ ਜਿਹੜਾ, ਉਹ ਸਰੀਰ ਲੈ ਲੈਂਦਾ ਛੱਡ ਦਿੰਦਾ, ਲੈ ਲੈਂਦਾ ਛੱਡ ਦਿੰਦਾ। ਜਦੋਂ ਦੀ ਧਰਤੀ ਬਣੀ ਹੈ ਸਾਡਾ ਮਨ ਵਾਰ-ਵਾਰ ਸਰੀਰ ਲੈਂਦਾ ਛੱਡ ਦਿੰਦਾ, ਵਾਰ-ਵਾਰ ਸਰੀਰ ਲੈਂਦਾ ਛੱਡ ਦਿੰਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਇੱਥੇ ਇਸ ਦੁਨੀਆ 'ਤੇ ਜਨਮ ਮਰਨ ਦਾ ਚੱਕਰ ਚੱਲ ਰਿਹਾ। ਪਰ ਉਹ ਕਿਹੜੀ ਚੀਜ਼ ਹੈ ਜਿਹਨੂੰ ਸਰੀਰ ਮਿਲਦਾ ਫਿਰ ਛੱਡ ਜਾਂਦੀ ਹੈ, ਫਿਰ ਮਿਲਦਾ ਛੱਡ ਜਾਂਦੀ ਹੈ। ਗੁਰੂ ਸਾਹਿਬ ਦਾ ਸਾਡਾ ਮਨ ਹੈ ਜਿਹੜਾ, ਉਹੀ ਹੀ ਸਰੀਰ ਛੱਡਦਾ ਹੈ ਤੇ ਉਹੀ ਦੁਬਾਰਾ ਗਰਭ 'ਚ ਜਾ ਕੇ ਫਿਰ ਸਰੀਰ ਲੈ ਕੇ ਆ ਜਾਂਦਾ ਹੈ। ਸਰੀਰ ਲੈਣਾ ਵੀ ਬੜਾ ਔਖਾ ਹੈ ਤੇ ਛੱਡਣਾ ਵੀ ਬੜਾ ਔਖਾ ਹੈ। ਤੇ ਵਿਚਾਲੇ ਜਿਹੜੀ ਜ਼ਿੰਦਗੀ ਹੁੰਦੀ ਹੈ ਜਨਮ ਤੇ ਮਰਨ ਦੇ ਵਿਚਾਲੇ, ਉਹ ਵੀ ਫਿਰ ਬੜੀ ਦੁੱਖਾਂ ਨਾਲ ਬਤੀਤ ਹੁੰਦੀ ਹੈ। ਸਰੀਰ ਨੂੰ ਸਾਂਭਣਾ ਪੈਂਦਾ ਹੈ, ਪਾਲਣਾ ਪੈਂਦਾ ਹੈ। 184 ਜੋਨ ਫਿਰੇ, ਗੋਬਿੰਦ ਲੋਕ ਨਹੀਂ ਜਨਮ ਮਰੇ। ਪਰ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਮੇਰੇ ਸਿੱਖ ਹੋ, ਮਰਨਾ ਤਾਂ ਤੁਸੀਂ ਸਭ ਨੇ ਹੀ ਹੈ, ਹਰੇਕ ਨੇ ਮਰਨਾ ਹੈ, ਚਾਹੇ ਗੁਰੂ ਦਾ ਸਿੱਖ ਹੈ ਚਾਹੇ ਨਹੀਂ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਮੇਰੇ ਸਿੱਖ ਹੋ, ਤੁਸੀਂ ਗੋਬਿੰਦ ਪਰਮਾਤਮਾ ਦੇ ਨਾਲ ਤੁਹਾਨੂੰ ਮੈਂ ਜੋੜ ਦੇਵਾਂਗਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਜਨਮ ਮਰਨ ਦੀ ਖੇਡ ਜਿਹੜਾ ਖਿਡਾ ਰਿਹਾ, ਉਹ ਗੋਬਿੰਦ। ਜਿਹੜੇ ਗੁਰੂ ਤੋਂ ਗਿਆਨ ਲੈ ਕੇ ਉਸ ਗੋਬਿੰਦ ਪਰਮਾਤਮਾ ਨਾਲ ਜੁੜ ਜਾਂਦੇ, ਜਿਹੜੀ ਸਾਰੀ ਕਾਇਨਾਤ ਨੂੰ ਚਲਾ ਰਿਹਾ, ਉਹ ਜਨਮ ਮਰਨ ਤੋਂ ਬਾਹਰ ਹੋ ਜਾਂਦੇ ਹੈ। ਉਹਨਾਂ ਦਾ ਮਨ ਮੂਲ ਨਾਲ ਜੁੜ ਜਾਂਦਾ ਹੈ, ਉਹ ਮਾਲਕ ਨਾਲ ਜੁੜ ਜਾਂਦੇ। ਉਹ ਫਿਰ ਦੁਬਾਰਾ ਉਹਨਾਂ ਨੂੰ ਖੇਡਣਾ ਨਹੀਂ ਪੈਂਦਾ, ਉਹਨਾਂ ਦਾ ਮਨ ਜਿਉਂਦੇ ਜੀ ਉਸ ਪਰਮਾਤਮਾ ਨਾਲ ਜੁੜ ਜਾਂਦਾ ਹੈ, ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਹ ਜਨਮ ਲੈਣਾ ਵੀ ਬੜਾ ਔਖਾ ਹੈ, ਸਾਰੀ ਜ਼ਿੰਦਗੀ ਵੀ ਔਖਾ ਰਹਿੰਦਾ, ਫਿਰ ਮੌਤ ਵੇਲੇ ਔਖਾ ਹੁੰਦਾ, ਫਿਰ ਦੁਬਾਰਾ ਗਰਭ 'ਚ ਜਾਂਦਾ, ਫਿਰ ਮੌਤ ਹੋ ਜਾਂਦੀ ਹੈ। ਬਲ ਬੁੱਧ ਸਿਆਣਪ ਹਉਮੈ ਰਹੀ, ਹਰ ਸਾਧ ਸ਼ਰਨ ਨਾਨਕ ਗਹੀ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਕਹਿਣਾ ਮੰਨ ਕੇ ਪਰਮਾਤਮਾ ਦਾ ਆਸਰਾ ਲੈਣਾ ਸਿੱਖ ਲਿਆ, ਗੁਰੂ ਦੀ ਮੱਤ ਲੈ ਕੇ ਆਪਦੇ ਹਉਮੈ ਦੂਰ ਕਰ ਲਈ, ਤੇ ਉਹ ਪਰਮਾਤਮਾ ਦਾ ਆਸਰਾ ਲੈਂਦੇ, ਉਹਦਾ ਨਾਮ ਜਪਦੇ ਆ। ਹਰ ਸਾਧ ਸ਼ਰਨ ਨਾਨਕ ਗਹੀ।
ਗੁਰੂ ਸਾਹਿਬ ਕਹਿੰਦੇ ਫਿਰ ਗੁਰੂ ਦਾ ਗਿਆਨ ਲੈ ਕੇ ਉਹ ਪਰਮਾਤਮਾ ਦੀ ਸ਼ਰਨ ਲੈਣਾ ਸਿੱਖ ਲੈਂਦੇ। ਉਹ ਆਪਦੀ ਅਕਲ ਦਾ ਤੇ ਆਪਦੀ ਸਿਆਣਪ 'ਤੇ ਨਹੀਂ ਚੱਲਦੇ, ਉਹ ਗੁਰੂ ਦੀ ਮੱਤ 'ਤੇ ਚੱਲਦੇ ਹੈ। ਗੁਰੂ ਫਿਰ ਉਹਨਾਂ ਨੂੰ ਏਕ ਓਂਕਾਰ ਪਰਮਾਤਮਾ ਦਾ ਆਸਰਾ ਲੈਣਾ ਸਿਖਾਉਂਦਾ ਅਤੇ ਉਹਦਾ ਨਾਮ ਜਪਣਾ ਸਿਖਾਉਂਦਾ ਹੈ। ਇਸ ਤਰ੍ਹਾਂ ਉਹਦੀ ਹਉਮੈ ਦੂਰ ਕਰ ਦਿੰਦਾ ਹੈ। ਹਉਮੈ ਦੂਰ ਕਰਕੇ ਅਸੀਂ ਉਹ ਪਰਮਾਤਮਾ ਨਾਲ ਜੁੜ ਸਕਦੇ ਹਾਂ। ਐਵੇਂ ਪਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ, ਜਨਮ ਮਰਨ ਤੋਂ ਬਾਹਰ ਨਹੀਂ ਹੋਇਆ ਜਾ ਸਕਦਾ। ਜਿਉਂਦੇ ਜੀ ਅਸੀਂ ਮਨ ਨੂੰ ਮਾਰਨਾ ਹੈ, ਮੌਤ ਤੋਂ ਪਹਿਲਾਂ ਮਨ ਨੂੰ ਰਜ਼ਾਉਣਾ ਹੈ। ਗੌੜੀ ਮਹਿਲਾ ਪੰਜਵਾਂ। ਮਨ ਰਾਮ ਨਾਮ ਗੁਣ ਗਾਈਏ, ਨੀਤ ਨੀਤ ਹਰ ਸੇਵੀਏ, ਸਾਂਸ ਸਾਂਸ ਹਰ ਧਿਆਈਏ ਰਹਾਓ। ਗੁਰੂ ਸਾਹਿਬ ਸਾਰੀ ਬਾਣੀ ਦੇ ਅੰਦਰ ਮਨ ਨੂੰ ਸਮਝਾ ਰਿਹਾ, ਮਨਾ ਤੂੰ ਵਾਰ-ਵਾਰ ਸਰੀਰ ਲੈਣਾ ਛੱਡ ਦੇਣਾ, ਲੈਣਾ ਛੱਡ ਦੇਣਾ, ਮੈਂ ਕਰਦਾ ਰਹਿਣਾ। ਤੇਰੇ 'ਚ ਹਉਮੈ ਹੰਕਾਰ ਆ ਜਾਂਦੀ ਹੈ, ਲੋਭ ਮੋਹ ਪੰਜੇ ਆ ਜਾਂਦੇ ਆ। ਉਹ ਤੈਨੂੰ ਬੜੀਆਂ ਆਸ਼ਾਵਾਂ ਪੈਦਾ ਕਰਦੇ ਆ ਅਤੇ ਉਹ ਪੂਰੀਆਂ ਨਹੀਂ ਹੁੰਦਾ, ਉਹ ਹੋ ਵੀ ਨਹੀਂ ਸਕਦੀਆਂ ਅਤੇ ਤੂੰ ਦੁਖੀ ਹੋਏਗਾ, ਦੁਖੀ ਰਹਿਣਾ। ਇਸ ਕਰਕੇ ਮਨਾ ਤੂੰ ਜੇ ਪੰਜਾਂ ਦੇ ਦੁੱਖਾਂ ਤੋਂ ਬਚਣਾ ਹੈ, ਇੱਕੋ ਹੀ ਤਰੀਕਾ ਹੈ, ਏਕ ਓਂਕਾਰ ਹਰੀ ਪਰਮਾਤਮਾ ਰਾਮ ਦਾ ਨਾਮ ਜਪਣਾ ਸਿੱਖ ਲਾ, ਉਹਨੂੰ ਮਨ 'ਚ ਵਸਾਉਣਾ ਸਿੱਖ ਲਾ। ਪਰ ਮਨ 'ਚ ਤਾਂ ਹੀ ਵਸੂਗਾ ਜੇ ਉਹਦੀਆਂ ਸਿਫਤਾਂ ਕਰੇਗਾ, ਉਹਦੇ ਗੁਣ ਗਾਏਗਾ। ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨੂੰ ਮਨ 'ਚ ਵਸਾਇਆ ਜਾ ਸਕਦਾ। ਪਰ ਪਰਮਾਤਮਾ ਦੇ ਗੁਣ ਤਾਂ ਹੀ ਗਾ ਸਕਦੇ ਹਾਂ ਜੇ ਗੁਰੂ ਦੀ ਅਕਲ ਹੋਵੇ ਸਾਡੇ ਕੋਲੇ। ਗੁਰੂ ਦੇ ਗਿਆਨ ਰਾਹੀਂ ਉਸ ਨੂੰ ਜਪਿਆ ਜਾ ਸਕਦਾ ਹੈ ਅਤੇ ਮਨ ਨੇ ਉਸ ਪਰਮਾਤਮਾ ਨੂੰ ਦੇ ਗੁਣ ਗਾਉਣੇ ਹੈ ਅਤੇ ਉਹਦੇ ਨਾਮ ਮਨ 'ਚ ਵਸਾਉਣਾ ਹੈ। ਫਿਰ ਗੁਰੂ ਸਾਹਿਬ ਦੇ ਨੀਤ ਨੀਤ ਹਰ ਸੇਵੀਏ, ਸਾਸ ਸਾਸ ਹਰ ਧਿਆਈਏ। ਪਰ ਗੁਰੂ ਸਾਹਿਬ ਕਹਿੰਦੇ ਇਹ ਵੀ ਨਹੀਂ ਹੈ ਮਹੀਨੇ 'ਚ ਇੱਕ ਅੱਧਾ ਦਿਨ ਤੂੰ ਆਖੀ ਮੈਂ ਧਿਆ ਲਿਆ ਉਹਨੂੰ। ਹਰ ਰੋਜ਼ ਉਸ ਪਰਮਾਤਮਾ ਨੂੰ ਸਿਮਰਨਾ, ਸਾਂਸ ਸਾਂਸ ਉਹਨੂੰ ਧਿਆਉਣਾ ਸਿੱਖਣਾ। ਪਰ ਯਾਦ ਰੱਖੋ, ਜਿੱਦਣ ਮਨ ਉਹਨੂੰ ਸਿਮਰਦਾ ਹੈ, ਜਿੱਦਣ ਬਾਣੀ ਰਾਹੀਂ ਮਨ ਨੂੰ ਸਮਝ ਆ ਗਈ, ਪਰਮਾਤਮਾ ਇਹਨੂੰ ਸਿਮਰਨਾ ਆ ਗਿਆ, ਤਾਂ ਫਿਰ ਦਿਨ ਰਾਤ ਹੀ ਸਿਮਰੂਗਾ। ਸਾਂਸ ਗਰਾਸ ਹੀ, ਸਾਂਸ ਹੀ ਪਰਮਾਤਮਾ ਨੂੰ ਸਿਮਰਦਾ। ਜਦੋਂ ਮਨ ਨੂੰ ਅਕਲ ਆ ਜਾਂਦੀ ਹੈ, ਉਹਦੀ ਸਮਝ ਆ ਜਾਂਦੀ ਹੈ, ਫਿਰ ਜਦੋਂ ਇਹ ਸਾਂਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿੰਦਾ ਹੈ, ਉਦੋਂ ਫਿਰ ਇਹ ਬੜਾ ਸਟਰੋਂਗ ਹੋ ਜਾਂਦਾ ਹੈ। ਮਨ ਰੱਜ ਜਾਂਦਾ, ਇਹਦੇ ਪੰਜੇ ਕਾਬੂ ਆ ਜਾਂਦੇ ਹੈ, ਬੜੀ ਉੱਚੀ ਅਵਸਥਾ ਚਲਾ ਜਾਂਦਾ ਹੈ, ਬੜੇ ਆਨੰਦ ਅਤੇ ਸੁੱਖਾਂ ਨਾਲ ਜ਼ਿੰਦਗੀ ਬਤੀਤ ਕਰਦਾ ਹੈ। ਪਰ ਸਾਨੂੰ ਪੂਰੇ ਨੰਬਰ ਚਾਹੀਦੇ ਹੈ। ਕਿੰਨੇ ਨੰਬਰ? ਪਰਮਾਤਮਾ ਨੂੰ ਜਪਣ ਦੇ ਨੰਬਰ ਚਾਹੀਦੇ ਹੈ। 100 ਦੇ 100 ਚਾਹੀਦੇ। ਸਾਂਸ ਸਿਮਰਨਾ ਸਾਨੂੰ ਆਉਣਾ ਚਾਹੀਦਾ। ਉਹ ਮਨ ਸਾਂਸ ਸਿਮਰਦਾ। ਸਤ ਸੰਗ ਹਰ ਮਨ ਵਸੇ, ਦੁੱਖ ਦਰਦ ਹਨੇਰਾ ਭਰਮ ਨਸੇ। ਪਿਛਲੇ ਸ਼ਬਦ 'ਚ ਵੀ ਗੁਰੂ ਸਾਹਿਬ ਨੇ ਕਿਹਾ ਸੀ ਸਤ ਸੰਗ ਦੇ ਵਿੱਚ ਜਾ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ। ਇੱਥੇ ਗੁਰੂ ਸਾਹਿਬ ਕਹਿੰਦੇ ਸਤ ਸੰਗ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸੰਗਤ। ਸਤ ਸੰਗ ਦਾ ਮਤਲਬ ਕੀ ਹੈ? ਬਾਣੀ ਨੂੰ ਵੱਧ ਤੋਂ ਵੱਧ ਵਿਚਾਰਨਾ, ਸਮਝਣਾ ਅਤੇ ਉਸ 'ਤੇ ਅਮਲ ਕਰਨਾ। ਜਿਵੇਂ ਜਿਵੇਂ ਬਾਣੀ ਸਮਝਦੇ ਜਾਵਾਂਗੇ ਉੱਤੇ ਅਮਲ ਕਰਦੇ ਜਾਵਾਂਗੇ, ਸਾਡੇ ਮਨ ਦੇ ਵਿੱਚ ਪਰਮਾਤਮਾ ਹਰੀ ਜਿਹੜਾ ਏਕ ਓਂਕਾਰ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਆ, ਉਹ ਵਸਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਪਿਆਰ ਬਣਨਾ ਸ਼ੁਰੂ ਹੋ ਜਾਂਦਾ। ਜਿਵੇਂ ਜਿਵੇਂ ਉਹ ਮਨ 'ਚ ਆਉਂਦਾ ਜਾਂਦਾ, ਸਾਰੇ ਦੁੱਖ ਦਰਦ ਡਰ ਖਤਮ ਹੀ ਹੋ ਜਾਂਦੇ ਆ, ਭਰਮ ਖਤਮ ਹੋ ਜਾਂਦੇ ਆ, ਸੁੱਖ ਆ ਜਾਂਦੇ ਆ, ਦੁੱਖ ਚਲੇ ਜਾਂਦੇ ਆ। ਬੜੀ ਵਧੀਆ ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਸੁਖੀ ਹੋ ਜਾਂਦਾ ਆਦਮੀ।
ਸੰਤ ਪ੍ਰਸਾਦ ਹਰ ਜਾਪੀਏ, ਸੋ ਜਨ ਦੁਖ ਨਾ ਵਿਆਪੀਏ। ਗੁਰੂ ਸਾਹਿਬ ਕਹਿੰਦੇ ਤੁਹਾਨੂੰ ਬਾਣੀ ਪੜ੍ਹ ਕੇ ਪਤਾ ਲੱਗੂਗਾ ਸਾਰੀ ਦੁਨੀਆ ਇੱਥੇ ਦੁਖੀ ਹੈ। ਵੱਡੇ ਤੋਂ ਵੱਡਾ, ਅਮੀਰ ਤੋਂ ਅਮੀਰ, ਗਰੀਬ ਤੋਂ ਵੀ ਦੁਖੀ ਹੁੰਦਾ। ਇੱਥੇ ਸੁਖੀ ਕੋਈ ਨਹੀਂ ਰਹਿ ਸਕਦਾ, ਕੇਵਲ ਕੋਈ ਵਿਰਲਾ ਹੀ ਸੁਖੀ ਰਹਿ ਸਕਦਾ। ਉਹਦੇ ਦੁੱਖ ਸਾਰੇ ਖਤਮ ਹੋ ਜਾਂਦੇ ਆ ਜਿਹੜਾ ਜਨ ਬਣ ਜਾਂਦਾ ਹੈ, ਜਿਹੜਾ ਸੰਤ ਪ੍ਰਸਾਦ ਲੈ ਕੇ, ਗੁਰੂ ਦਾ ਗਿਆਨ ਲੈ ਕੇ ਹਰੀ ਪਰਮਾਤਮਾ ਨੂੰ ਜਪਣਾ ਸਿੱਖ ਲੈਂਦਾ। ਹੁਣ ਬਾਣੀ ਪੜ੍ਹ ਕੇ ਸਾਨੂੰ ਹਰੀ ਪਰਮਾਤਮਾ ਏਕ ਓਂਕਾਰ ਦੀ ਸਮਝ ਆਊ, ਫਿਰ ਉਹਨੂੰ ਜਪਣਾ ਆਊਗਾ। ਅਸੀਂ ਆਪਦੀ ਅਕਲ ਨਾਲ ਉਹਨੂੰ ਜਪ ਨਹੀਂ ਸਕਦੇ, ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹ ਕਿਹੋ ਜਿਹਾ। ਜਪੀਏ ਕਿਵੇਂ? ਅਸੀਂ ਜਾਣਦੇ ਹੀ ਨਹੀਂ ਉਹਨੂੰ, ਕਿਵੇਂ ਜਪਾਂਗੇ? ਪਰ ਗੁਰੂ ਦੇ ਪ੍ਰਸਾਦ, ਸੰਤ ਦੇ ਪ੍ਰਸਾਦ, ਗੁਰਬਾਣੀ ਦੇ ਗਿਆਨ ਰਾਹੀਂ ਉਸ ਪਰਮਾਤਮਾ ਨੂੰ ਅਸੀਂ ਸਿਮਰਨਾ ਸਿੱਖਣਾ ਹੈ, ਜਪਣਾ ਸਿੱਖਣਾ ਹੈ। ਅਤੇ ਜਿਹੜਾ ਜਪਣਾ ਸਿੱਖ ਲੈਂਦਾ ਉਹ ਜਨ ਬਣ ਜਾਂਦਾ ਹੈ। ਸਾਰੀ ਦੁਨੀਆ ਨੂੰ ਦੁੱਖ ਤੰਗ ਕਰਦੇ, ਪਰ ਉਸ ਨੂੰ ਦੁੱਖ ਤੰਗ ਨਹੀਂ ਕਰਨਗੇ, ਉਹਨੂੰ ਦੁੱਖ ਨਹੀਂ ਵਿਆਪੂਗਾ, ਚਾਹੇ ਉਹ ਗਰੀਬ ਹੈ ਅਤੇ ਚਾਹੇ ਉਹ ਅਮੀਰ ਹੈ। ਉਹ ਪਰਮਾਤਮਾ ਦਾ ਨਾਮ ਜਪਣਾ ਸਿੱਖ ਲੈਂਦੇ, ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ। ਅਤੇ ਨਹੀਂ ਤਾਂ ਇੱਥੇ ਹਰੇਕ ਹੀ ਦੁਖੀ ਰਹਿੰਦਾ। ਫਿਰ ਗੁਰੂ ਸਾਹਿਬ ਕਹਿੰਦੇ ਜਾ ਕੋ ਗੁਰ ਹਰ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ। ਗੁਰਬਾਣੀ ਪੜ੍ਹ ਕੇ ਸਾਨੂੰ ਪਤਾ ਲੱਗਦਾ ਵੀ ਸਾਰੇ ਅਸੀਂ ਇੱਕ ਬੜੀ ਭਿਆਨਕ ਅੱਗ ਦੇ ਵਿੱਚ ਸੜ ਰਹੇ ਹਾਂ। ਉਹ ਕਿਹੜੀ ਅੱਗ ਹੈ? ਲੋਭ ਦੀ, ਮੋਹ ਦੀ, ਹੰਕਾਰ ਦੀ, ਕਾਮ ਦੀ, ਕ੍ਰੋਧ ਦੀ। ਇਹਦੇ 'ਚ ਆਦਮੀ ਸਾਰੀ ਉਮਰ ਸੜਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ, ਮਨ ਰਜਦਾ ਹੀ ਨਹੀਂ, ਹੋਰ ਹੋਰ ਮੰਗਦਾ ਜਾਂਦਾ। ਜਿੰਨਾ ਮਰਜ਼ੀ ਧਨ ਆ ਜੇ ਨਹੀਂ ਰਜਦਾ। ਬੱਚਿਆਂ ਦਾ ਮੋਹ ਹੋਰ ਵੱਧਦਾ ਜਾਂਦਾ, ਨਹੀਂ ਰਜਦਾ। ਇਵੇਂ ਹੀ ਕਾਸੇ ਤੋਂ ਨਹੀਂ ਰਜਦਾ, ਕਾਮ ਤੋਂ ਵੀ ਨਹੀਂ ਰਜਦਾ, ਅਤੇ ਦੁਖੀ ਹੁੰਦਾ ਰਹਿੰਦਾ। ਇਹ ਮਾਇਆ ਦੀ ਅੱਗ। ਮਾਇਆ ਦੀ ਅੱਗ ਕੀ ਹੈ? ਪੰਜੇ ਵਿਕਾਰਾਂ ਦੀਆਂ ਇੱਛਾਵਾਂ, ਭੁੱਖਾਂ ਸਾਨੂੰ ਤੰਗ ਕਰਦੀਆਂ, ਇਹ ਹੀ ਮਾਇਆ ਹੈ। ਪਰ ਇਸ ਤੋਂ ਨਿਕਲ ਵੀ ਨਹੀਂ ਸਕਦਾ ਆਦਮੀ, ਹੋਰ ਤਾਂ ਫਸਦਾ ਜਾਂਦਾ ਹੈ, ਹੋਰ ਲੋਭ ਮੋਹ ਪੰਜੇ ਵੱਧਦੇ ਜਾਂਦੇ ਅਤੇ ਦੁੱਖ ਦਿੰਦੇ ਜਾਂਦੇ ਆ। ਇਹ ਇੱਕ ਅੱਗ ਹੈ। ਪਰ ਗੁਰੂ ਸਾਹਿਬ ਕਹਿੰਦੇ ਇੱਕੋ ਤਰੀਕਾ ਇਹਦਾ, ਜਿਹੜੇ ਗੁਰੂ ਤੋਂ ਹਰੀ ਪਰਮਾਤਮਾ ਦਾ ਮੰਤਰ ਲੈ ਲੈਂਦੇ, ਉਹਦਾ ਨਾਮ ਜਪਣਾ ਸਿੱਖ ਲੈਂਦੇ, ਪਰਮਾਤਮਾ ਨੂੰ ਮਨ 'ਚ ਵਸਾਉਣਾ ਸਿੱਖ ਲੈਂਦੇ ਆ ਗੁਰੂ ਤੋਂ, ਉਹ ਮਾਇਆ ਦੀ ਅੱਗ ਤੋਂ ਉੱਭਰ ਜਾਂਦੇ ਆ, ਬਾਹਰ ਆ ਜਾਂਦੇ ਆ, ਸੁਖੀ ਹੋ ਜਾਂਦੇ। ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ, ਤ੍ਰਿਪਤ ਹੋ ਜਾਂਦਾ, ਪੰਜੇ ਕਾਬੂ ਆ ਜਾਂਦੇ ਆ। ਗੁਰੂ ਪਰਮਾਤਮਾ ਨੂੰ ਜਪਣ ਦਾ ਮੰਤਰ ਦਿੰਦੇ ਆ, ਉਹਨੂੰ ਯਾਦ ਕਰਨ ਦਾ ਇੱਕ ਦਵਾਈ ਦਿੰਦੇ, ਤੂੰ ਯਾਦ ਕਰੀ ਚੱਲ, ਤੇਰੇ ਪੰਜੇ ਕਾਬੂ ਆ ਜਾਣਗੇ। ਅਤੇ ਪੰਜਾਂ ਦੀ ਬੜੀ ਭਿਆਨਕ ਅੱਗ ਹੈ। ਇਹਦੇ ਤੋਂ ਗੁਰੂ ਦਾ ਸਿੱਖ ਬਾਹਰ ਨਿਕਲ ਜਾਂਦਾ, ਹੋਰ ਕੋਈ ਨਹੀਂ ਨਿਕਲ ਸਕਦਾ, ਅਤੇ ਸਾਰੇ ਦੁਖੀ ਰਹਿੰਦੇ ਆ। ਨਾਨਕ ਕੋ ਪ੍ਰਭ ਮਇਆ ਕਰ, ਮੇਰੇ ਮਨ ਤਨ ਵਾਸੇ ਨਾਮ ਹਰ। ਗੁਰੂ ਸਾਹਿਬ ਕਹਿੰਦੇ ਫਿਰ ਜੇ ਤੁਸੀਂ ਵੀ ਇਸ ਭਿਆਨਕ ਅੱਗ ਤੋਂ ਬਾਹਰ ਹੋਣਾ ਹੈ, ਮਨ ਨੂੰ ਸ਼ਾਂਤ ਕਰਨਾ ਹੈ, ਮਨ ਨੂੰ ਸੰਤੋਖ 'ਚ ਲੈ ਕੇ ਆਉਣਾ ਹੈ, ਤਾਂ ਤੁਸੀਂ ਆਪ ਖੁਦ ਪਰਮਾਤਮਾ ਨੂੰ ਅਰਦਾਸ ਕਰੋ। ਖੁਦ ਕਰਨੀ ਹੈ, ਹੋਰ ਤੋਂ ਨਹੀਂ ਕਰਾਉਣੀ ਕਿਸੇ ਤੋਂ। ਕੀ ਕਹਿਣਾ? ਹੇ ਅਕਾਲ ਪੁਰਖ, ਸ੍ਰਿਸ਼ਟੀ ਦੇ ਮਾਲਕ, ਮੇਰੇ 'ਤੇ ਦਇਆ ਕਰੋ, ਮਿਹਰ ਕਰੋ, ਕਿਰਪਾ ਕਰੋ। ਕੀ ਕਰੋ? ਮੈਂ ਬੜੀ ਸਪੈਸ਼ਲ ਚੀਜ਼ ਮੰਗਦਾ, ਮੇਰੇ ਮਨ ਤਨ ਵਾਸੇ ਹਰ ਨਾਮ ਵਸ। ਮੇਰੇ ਮਨ ਤੇ ਤਨ ਦੇ ਤੇਰਾ ਨਾਮ ਵਸ ਜਾਵੇ। ਜਿਹਦਾ ਨਾਮ ਮਨ 'ਚ ਵਸਾਉਣਾ, ਉਹਨੂੰ ਹੀ ਅਰਦਾਸ ਕਰਨੀ ਹੈ, ਤੂੰ ਹੀ ਕਿਰਪਾ ਕਰ ਦੇ, ਤੂੰ ਹੀ ਕਿਰਪਾ ਕਰਕੇ ਮੇਰੇ ਮਨ 'ਚ ਵਸ ਜਾ। ਬਸ ਮੈਂ ਇਹੀ ਬੇਨਤੀ ਕਰਦਾ
ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕੇਵਲ ਉਹਦਾ ਨਾਮ ਮੰਗਦਾ, ਹੋਰ ਕੁਝ ਨਹੀਂ ਮੰਗਦਾ। ਕੱਲਾ ਨਾਮ ਹੀ ਅਸੀਂ ਮੰਗਣਾ ਹੈ। ਤੇ ਜਿਹਨੂੰ ਨਾਮ ਮੰਗਣਾ ਆ ਜਾਂਦਾ ਉਹ ਫਿਰ ਨਾਮ ਪ੍ਰਾਪਤ ਕਰ ਲੈਂਦੇ ਆ। ਉਹਦੇ ਪਰਮਾਤਮਾ ਕਿਰਪਾ ਕਰ ਦਿੰਦਾ, ਉਹ ਗੁਰੂ ਨਾਲ ਮਿਲਾਪ ਕਰ ਲੈਂਦੇ, ਉਹਨਾਂ ਨੂੰ ਸਾਰੀ ਸਮਝ ਆ ਜਾਂਦੀ ਹੈ। ਪਰ ਅਰਦਾਸ ਕਰਕੇ ਨਾਮ ਮੰਗਣਾ ਹੁੰਦਾ ਹੈ, ਹੋਰ ਕੁਛ ਨਹੀਂ ਮੰਗਣਾ। ਨਾਮ ਬਹੁਤ ਵੱਡੀ ਚੀਜ਼ ਹੈ, ਨਾਮ ਦੀ ਸਾਨੂੰ ਸਮਝ ਹੀ ਨਹੀਂ। ਪਰ ਬਾਣੀ ਫੜ ਕੇ ਸਮਝ ਆ ਜਾਂਦੀ ਕਿ ਨਾਮ ਤਾਂ ਬਹੁਤ ਵੱਡੀ ਚੀਜ਼ ਹੈ, ਬੜਾ ਅਮੋਲਕ ਹੀਰਾ ਹੈ। ਇਹ ਤਾਂ ਪਾਪੀਆਂ ਨੂੰ ਵੀ ਵਧੀਆ ਬਣਾ ਦਿੰਦਾ ਹੈ, ਮਨ ਨੂੰ ਧੋ ਦਿੰਦਾ ਹੈ, ਪੰਜੇ ਕਾਬੂ ਕਰਾ ਦਿੰਦਾ ਹੈ, ਤੇ ਮਨ ਸ਼ਾਂਤ ਹੋ ਜਾਂਦਾ ਹੈ, ਜੀਵਨ ਸੁਖੀ ਹੋ ਜਾਂਦਾ ਹੈ, ਸਾਰੇ ਡਰ ਖਤਮ ਹੋ ਜਾਂਦੇ ਆ। ਇਹ ਦੋ ਸ਼ਬਦਾਂ 'ਚ ਗੁਰੂ ਸਾਹਿਬ ਨੇ ਨਾਮ ਦੀ ਗੱਲ ਕੀਤੀ ਹੈ। ਨਾਮ ਵਾਸਤੇ ਅਰਦਾਸ ਕਰਨੀ, ਇਹਨੂੰ ਮਨ 'ਚ ਵਸਾਉਣਾ ਹੈ, ਤਾਂ ਕਿ ਸਾਡਾ ਮਨ ਸ਼ਾਂਤ ਹੋ ਜਾਵੇ, ਸੰਤੋਖ 'ਚ ਆ ਜਾਵੇ, ਰੱਜ ਜਾਵੇ, ਇਹ ਸਾਰੇ ਡਰ ਖਤਮ ਹੋ ਜਾਣਗੇ। ਪਰ ਨਾਮ ਨੂੰ ਮਨ 'ਚ ਵਸਾਉਣਾ ਪੈਂਦਾ ਹੈ। ਪਰ ਗੁਰੂ ਸਾਨੂੰ ਤਰੀਕਾ ਦਿੰਦਾ, ਮੰਤਰ ਦਿੰਦਾ ਉਹਨੂੰ ਮਨ 'ਚ ਵਸਾਉਣ ਦਾ। ਇਹ ਪਹਿਲੇ ਭਾਗ 'ਚ ਅਸੀਂ ਦੋ ਸ਼ਬਦ 144 ਤੇ 145ਵਾਂ ਸ਼ਬਦ ਕੀਤਾ। ਦੂਸਰੇ ਭਾਗ 'ਚ ਵੀ ਅਸੀਂ ਅੱਗੇ ਦੋ ਸ਼ਬਦ ਕਰਾਂਗੇ। ਜੀ ਕੀ ਫਤਿਹ। ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।